ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ। ਵਾਹਿਗੁਰੂ ਸਾਹਿਬ ਜੀ। ਜਲ ਕੀ ਭੀਤ ਪਵਨ ਕਾ ਥੰਬਾ ਰਗਤ ਬੁੰਦ ਕਾ ਗਰਾ। ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ। ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ। ਰਹਾਉ ਰਾਖਹੁ ਕੰਧ ਉਸਾਰਹੁ ਨੀਵਾ ਸਾਢੇ ਤੀਨ ਹਾਥ ਤੇਰੀ ਸੀਵਾ। ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏ ਗੋ ਭਸਮ ਕੀ ਢੇਰੀ। ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ। ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ। ਤੁਮ ਸਰਨਾਗਤ ਰਾਜਾ ਰਾਮਚੰਦ
ਕਹਿ ਰਵਿਦਾਸ ਚਮਾਰਾ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ, ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਸਰਵਣ ਕਰਕੇ ਸੇਵਾ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਸੁੰਦਰ ਪ੍ਰਕਾਸ਼ ਦੀ ਸੇਵਾ, ਉਸ ਤੋਂ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ, ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਉਸ ਦੇ ਵਿੱਚੋਂ ਆਪਾਂ ਸ਼ਬਦ ਨੂੰ ਸਰਵਣ ਕੀਤਾ ਹੈ। ਸੋਰਠ ਰਾਗ ਦੇ ਅੰਦਰ ਭਗਤ ਰਵਿਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਕਥਾ ਚੱਲ ਰਹੀ ਹੈ। ਭਗਤ ਰਵਿਦਾਸ ਸਾਹਿਬ ਜੀ ਇਸ ਪਾਵਨ ਪਵਿੱਤਰ ਸ਼ਬਦ ਦੁਆਰਾ ਵੈਰਾਗਮਈ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰਦੇ ਹਨ। ਸੰਸਾਰ ਦੇ ਅੰਦਰ ਜੀਵ ਨੂੰ ਸਭ ਤੋਂ ਵੱਡਾ ਬੰਧਨ ਮੈਂ ਤੇ ਮੇਰੀ ਦਾ ਹੈ। ਜਿੰਨਾ ਚਿਰ ਜੀਵ ਦੇ ਅੰਦਰ ਮੇਰ ਤੇ ਤੇਰ, ਇਹ ਦੋ ਚੀਜ਼ਾਂ ਦੀ ਨਿਵਰਤੀ ਨਹੀਂ ਹੁੰਦੀ, ਉਹਨਾਂ ਚਿਰ ਜੀਵ ਨੂੰ ਆਪਣੇ ਜੀਵਨ ਦਾ ਅਸਲੀ ਮਕਸਦ, ਅਸਲੀ ਮਨੋਰਥ, ਕਿਉਂ ਆਇਆ, ਕਿਸ ਵਾਸਤੇ ਸਰੀਰ ਮਿਲਿਆ, ਨਹੀਂ ਪਤਾ ਚੱਲਦਾ। ਇਸ ਕਰਕੇ ਭਗਤ ਰਵਿਦਾਸ ਸਾਹਿਬ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਿਆ ਮੇਰਾ ਕਿਆ ਤੇਰਾ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਕਿ ਇਹ ਜੀਵ ਸੋਚ ਕੇ ਦੇਖ ਕਿ ਜਿਹਨੂੰ ਤੂੰ ਮੇਰਾ ਕਹਿੰਦਾ ਹੈ, ਕੀ ਉਹ ਤੇਰਾ ਹੈ? ਜਿਹਨੂੰ ਤੂੰ ਇਹ ਕਵੇਂ ਕਿ ਮੇਰਾ ਹੈ, ਹੱਕ ਜਤਾਉਣਾ ਜਿਹਦੇ ਉੱਤੇ ਦਾਅਵਾ ਕਰਦਾ ਹੈ, ਉਹਦੀ ਵਿਚਾਰ ਕਰਕੇ ਦੇਖ ਵੀ ਕੀ ਉਹ ਤੇਰਾ ਹੈ। ਇਸ ਕਰਕੇ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ, ਜੈਸੇ ਤਰਵਰ ਪੰਖ ਬਸੇਰਾ। ਜਿਵੇਂ ਇੱਕ ਰੁੱਖ ਦੇ ਉੱਤੇ ਪੰਛੀ ਸ਼ਾਮਾਂ ਦਾ ਸਮਾਂ ਹੋਵੇ ਤੇ ਉਹ ਆਪਣੇ ਆਰਾਮ ਵਾਸਤੇ ਰੁੱਖ 'ਤੇ ਬਹਿ ਜਾਂਦੇ ਆ। ਜਦੋਂ ਰਾਤ ਬਤੀਤ ਹੋ ਜਾਏ, ਸੂਰਜ ਜਿਹੜਾ ਉਹ ਉਦੇ ਹੋਣ ਲੱਗੇ ਤੇ ਉਹ ਸੂਰਜ ਦੇ ਚੜ੍ਹਨ ਦੇ ਨਾਲ ਹੀ ਵਾਰੋ ਵਾਰੀ ਉਹ ਸਾਰੇ ਪੰਛੀ ਰੁੱਖ ਤੋਂ ਉੱਡ ਜਾਂਦੇ ਆ।
ਇਸੇ ਤਰ੍ਹਾਂ ਭਗਤ ਜੀ ਕਹਿੰਦੇ ਸੰਸਾਰ ਇੱਕ ਰੁੱਖ ਦੀ ਨਿਆਈ ਹੈ, ਜਿਹਦੇ ਉੱਤੇ ਸਾਰੇ ਜੀਵ ਬੈਠੇ ਹੈ। ਜਦੋਂ ਉਮਰ ਰੂਪੀ ਰਾਤ ਲੰਘ ਗਈ, ਕਾਲ ਦਾ ਸੂਰਜ ਚੜ੍ਹ ਗਿਆ, ਮੌਤ ਨੇ ਆ ਕੇ ਦਰਸ਼ਨ ਦੇ ਦਿੱਤੇ, ਤਾਂ ਉਸ ਸਮੇਂ ਉਸ ਪੰਛੀ ਨੇ, ਉਸ ਜੀਵ ਨੇ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ। ਤੇ ਪੰਛੀ ਜਿਹੜੇ ਹੈ ਰੁੱਖ ਤੇ ਰਾਤ ਰਹਿੰਦੇ ਹੈ, ਤੇ ਕੋਈ ਮੇਰ ਨਹੀਂ ਕਰਦੇ ਵੀ ਇਹ ਰੁੱਖ ਮੇਰਾ, ਇਹ ਟਾਹਣੀ ਮੇਰੀ, ਇਹ ਪੱਤੇ ਮੇਰੇ, ਇਹ ਫਲ ਮੇਰੇ, ਇਹ ਫੁੱਲ ਮੇਰੇ, ਕੋਈ ਮੇਰ ਨਹੀਂ ਉਹਨਾਂ ਦੀ। ਜਿਵੇਂ ਬਹਿੰਦੇ ਆ ਉਵੇਂ ਉੱਠ ਕੇ ਚਲੇ ਜਾਂਦੇ ਆ। ਪਰ ਜੀਵ ਜਿਹੜਾ ਉਹ ਮੇਰ ਤੇਰ ਕਰਕੇ ਫਿਰ ਜਦੋਂ ਜਾਂਦਾ ਦੁਖੀ ਹੁੰਦਾ, ਛੁੱਟਦਾ ਨਹੀਂ ਸੰਸਾਰ, ਪ੍ਰੀਤੀ ਇਹਦੇ ਨਾਲ ਬਹੁਤ ਪਾਲ ਲੈਂਦਾ, ਪ੍ਰੇਮ ਬਹੁਤ ਪਾਲ ਲੈਂਦਾ, ਜਿਹਦੇ ਕਰਕੇ ਫਿਰ ਉਹ ਮੌਤ ਛਡਾਉਂਦੀ ਹੈ, ਇਹ ਛੱਡਦਾ ਨਹੀਂ, ਦੁਖੀ ਹੁੰਦਾ। ਇਸ ਕਰਕੇ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਆ, ਜੀਵ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਜਿਵੇਂ ਪੰਛੀਆਂ ਦਾ ਵਾਸਾ ਉਹਦੇ ਵਾਂਗ ਇਹ ਸੰਸਾਰ 'ਤੇ ਰਹਿਣਾ ਕਰ, ਫਿਰ ਤੈਨੂੰ ਉਸ ਲਈ ਪਰਮੇਸ਼ਰ ਦੀ ਭਗਤੀ ਤੇ ਅਸਲੀ ਪਰਮ ਪਦਵੀ ਜਿਹੜੀ ਹੈ ਨਾ, ਉਹਦਾ ਪਤਾ ਚੱਲੇਗਾ ਵੀ ਇਸ ਵਾਸਤੇ ਇਹ ਸਰੀਰ ਮਿਲਿਆ ਸੀ। ਤਾਂ ਭਗਤ ਰਵਿਦਾਸ ਸਾਹਿਬ ਜੀ ਇਸ ਸਰੀਰ ਦੀ ਬਾਬਤ, ਇਸ ਸਰੀਰ ਦੀ ਕਿਰਿਆ ਨੂੰ ਕਿਵੇਂ ਬਣਦਾ, ਕੀ ਕੁਝ ਇਹਦੇ ਵਿੱਚ ਹੈ, ਕੁਝ ਵੀ ਨਹੀਂ ਹੈ ਸਰੀਰ ਦੇ ਵਿੱਚ ਸਾਡਾ, ਸਿਵਾਏ ਇੱਕ ਆਤਮਾ ਦੇ। ਉਹ ਆਪਣਾ ਆਪਾ ਹੈ, ਉਹ ਜੋਤ ਸਰੂਪ ਹੈ, ਉਹਦੇ ਬਗੈਰ ਇਹ ਪੰਜਾਂ ਤੱਤਾਂ ਦੁਆਰਾ ਸਰੀਰ ਦੀ ਘਾੜਤ ਹੋਈ ਹੈ। ਭਗਤ ਰਵਿਦਾਸ ਸਾਹਿਬ ਜੀ ਪਾਵਨ ਪਵਿੱਤਰ ਇਸ ਸ਼ਬਦ ਦੁਆਰਾ ਸੁੰਦਰ ਉਪਦੇਸ਼ਾਂ ਦੀ ਬਖਸ਼ਿਸ਼ ਕਰਦੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨ ਦੇ ਯਤਨ ਕਰੀਏ ਜੀ। ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਜਲ ਕੀ ਭੀਤ ਪਵਨ ਕਾ ਥੰਬਾ। ਭਗਤ ਰਵਿਦਾਸ ਸਾਹਿਬ ਜੀ ਬਚਨ ਕਰਦੇ ਹਨ ਕਿ ਸਰੀਰ ਕੀ ਹੈ, ਜਲ ਕੀ ਭੀਤ। ਜਿਵੇਂ ਜਲ ਪਾਣੀ ਦੀ ਭੀਤ ਕਹੀਏ, ਕੰਧ ਹੁੰਦੀ ਹੈ, ਪਾਣੀ ਦੀ ਕੰਧ ਬਣ ਜਾਂਦੀ ਹੈ ਅਤੇ ਉਹ ਬਹੁਤਾ ਲੰਮਾ ਸਮਾਂ ਨਹੀਂ ਰਹਿੰਦੀ। ਜਿਵੇਂ ਹੜ੍ਹ ਆਉਂਦੇ ਹੈ ਅਤੇ ਉਹ ਹੜ੍ਹਾਂ ਦੇ ਪਾਣੀ 4-4 ਫੁੱਟ, 10-10 ਫੁੱਟ, 20-20 ਫੁੱਟ ਵੀ ਚੜ੍ਹ ਜਾਂਦੇ ਆ, ਕੰਧਾਂ ਬਣ ਜਾਂਦੀਆਂ, ਪਰ ਉਹ ਕੁਝ ਸਮੇਂ ਦੇ ਵਿੱਚ ਹੀ ਫਿਰ ਸਭ ਕੁਝ ਖਤਮ ਹੋ ਜਾਂਦਾ। ਇਸੇ ਤਰ੍ਹਾਂ ਹੀ ਪਵਨ ਕਾ ਥੰਬਾ, ਜਿਵੇਂ ਹਵਾ ਦੇ ਖੰਭੇ ਹੋਣ, ਭਾਵ ਕਿ ਜਿਵੇਂ ਆਪਾਂ ਵਾਵਰੋਲੇ ਵੇਖਦੇ ਹਾਂ, ਕਿੰਨਾ ਉਹਨਾਂ ਦੇ ਵਿੱਚ ਹਵਾ ਦਾ ਤੇਜ਼ ਵੇਗ ਹੁੰਦਾ, ਬੜੀ ਤੇਜ਼ ਹਵਾ ਉਹਨਾਂ 'ਚ ਘੁੰਮਦੀ ਹੈ, ਪਰ ਉਹ ਸਦੀਵੀ ਨਹੀਂ ਹੁੰਦੇ, ਥੋੜ੍ਹੇ ਮਾਤਰ ਲਈ ਹੁੰਦੇ ਹੈ। ਇਸੇ ਤਰ੍ਹਾਂ ਹੀ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ, ਜਲ ਕੀ ਭੀਤ ਪਵਨ ਕਾ ਥੰਬਾ। ਸਰੀਰ ਜਿਹੜਾ ਹੈ ਇਹਦੇ ਵਿੱਚ ਵੀ ਪਾਣੀ ਹੈ, ਅਤੇ ਇਸੇ ਤਰ੍ਹਾਂ ਹੀ ਜਿਵੇਂ ਪਾਣੀ ਦੀ ਕੰਧ ਦੀ ਬੁਨਿਆਦ ਨਹੀਂ ਹੈ, ਉਸੇ ਤਰ੍ਹਾਂ ਹੀ ਇਹ ਸਰੀਰ ਦੀ ਹੈ। ਫਿਰ ਇਹ ਖੜਾ ਕੇ ਸ਼ਾਸਤਰ ਹੈ, ਪਵਨ ਕਾ ਥੰਬਾ। ਸਰੀਰ ਦੇ ਵਿੱਚ ਪਵਨ ਨਾਮ ਸਵਾਸਾਂ ਦਾ ਸਾਹ ਚੱਲਦੇ, ਸਵਾਸਾਂ ਦੇ ਖੰਭੇ ਦੇ ਆਸਰੇ ਇਹ ਸਰੀਰ ਜਿਹੜਾ ਖੜਾ ਹੈ। ਰਕਤ ਬੁੰਦ ਕਾ ਗਾਰਾ। ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ, ਰਕਤ ਬੁੰਦ ਕਾ ਗਾਰਾ। ਮਾਤਾ ਦੀ ਜਿਹੜੀ ਰਕਤ ਹੈ ਅਤੇ ਪਿਤਾ ਦਾ ਬਿੰਦ ਹੈ, ਦੋਹਾਂ ਦੇ ਸੰਯੋਗ ਦੁਆਰਾ ਇਹ ਸਰੀਰ ਜਿਹੜਾ ਇਹ ਹੋਂਦ ਦੇ ਵਿੱਚ ਆਇਆ ਹੈ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਕਿ ਮਾਤਾ ਦੀ ਅੰਸ਼ ਜਿਹੜੀ ਲਹੂ ਹੈ, ਪਿਤਾ ਦੀ ਰਕਤ ਜਿਹੜੀ ਉਹ ਬਿੰਦ ਹੈ, ਅੰਸ਼ ਜਿਹੜੀ ਬਿੰਦ ਹੈ, ਉਹਦੇ ਦੁਆਰਾ ਇਹ ਸਰੀਰ ਜਿਹੜਾ ਪੰਜਾਂ ਤੱਤਾਂ ਦਾ ਰੂਪ ਲੈ ਕੇ, ਜਲ, ਇਸੇ ਤਰ੍ਹਾਂ ਹੀ ਅੱਗ, ਆਕਾਸ਼, ਧਰਤੀ ਔਰ ਇਸੇ ਤਰ੍ਹਾਂ ਹੀ ਹਵਾ, ਇਹ ਪੰਜਾਂ ਤੱਤਾਂ ਦਾ
पांच तत्त को तन रचियो जानो चतुर सुजान। ਪੰਜਾਂ ਤੱਤਾਂ ਦੀਆਂ ਪ੍ਰਕਿਰਤੀਆਂ ਦੁਆਰਾ 25 ਪ੍ਰਕਿਰਤੀਆਂ ਉਹਨਾਂ ਦੁਆਰਾ ਪੰਜਾਂ ਤੱਤਾਂ ਦੀ ਵੰਡ ਦੇ ਅਨੁਸਾਰ ਇਹ ਸਰੀਰ ਜਿਹੜਾ ਬਣਿਆ ਹੈ। ਇਸ ਕਰਕੇ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਪੰਜਾਂ ਤੱਤਾਂ ਦੁਆਰਾ ਔਰ ਹਵਾ ਦਾ ਇਹਦੇ ਵਿੱਚ ਆਸਰਾ ਹੈ। ਸਵਾਸ ਚੱਲਦੇ ਹੈ ਜਿਹਦੇ ਆਸਰੇ ਸਰੀਰ ਖੜਾ ਹੈ। ਔਰ ਰਕਤ ਬੂੰਦ ਕਾ ਗਾਰਾ, ਮਾਤਾ ਅਤੇ ਪਿਤਾ ਦੇ ਸੰਯੋਗ ਦੁਆਰਾ ਇਹ ਸਰੀਰ ਜਿਹੜਾ ਹੋਂਦ ਦੇ ਵਿੱਚ ਆਇਆ ਹੈ। ਹਾੜ ਮਾਸ ਨਾੜੀ ਕੋ ਪਿੰਜਰ। ਤੇ ਸਰੀਰ ਦੇ ਵਿੱਚ ਕੀ ਚੀਜ਼ ਹੈ ਜਿਸ ਦਾ ਤੂੰ ਮਾਣ ਕਰਦਾ ਹੈ ਜੀਵ ਕਿ ਮੇਰਾ ਸਰੀਰ ਹੈ, ਮੇਰੀ ਦੇਹ ਹੈ, ਮੇਰਾ ਤਨ ਹੈ। ਹਾੜ ਮਾਸ ਨਾੜੀ ਕੋ ਪਿੰਜਰ। ਭਗਤ ਜੀ ਕਹਿੰਦੇ ਇਹਦੇ ਵਿੱਚ ਕੀ ਹੈ? ਹੱਡੀਆਂ ਹਨ। ਇਸੇ ਪ੍ਰਕਾਰ ਹੀ ਮਾਸ ਜਿਹੜਾ ਚੰਮ ਹੈ ਉਹ ਚੜ੍ਹਿਆ ਹੈ। ਅਤੇ ਵਿੱਚ ਕੀ ਹੈ? ਨਾੜੀਆਂ ਹਨ। ਉਹਨਾਂ ਨਾੜੀਆਂ ਦੇ ਵਿੱਚ ਲਹੂ ਹੈ। ਹਾੜ ਮਾਸ ਨਾੜੀ ਕੋ ਪਿੰਜਰ। ਅਤੇ ਇੱਕ ਪਿੰਜਰਾ ਬਣਾਇਆ ਹੋਇਆ ਹੈ। ਪੰਖੀ ਵਸੈ ਵਿਚਾਰਾ। ਅਤੇ ਇਹਦੇ ਵਿੱਚ ਜਿਹੜੀ ਜੀਵ ਆਤਮਾ ਹੈ ਉਹ ਪੰਛੀ ਦੀ ਨਿਆਈ ਵਸਦੀ ਹੈ। ਜਿਵੇਂ ਕਿਸੇ ਪਿੰਜਰੇ ਦੇ ਵਿੱਚ ਪੰਛੀ ਪੈ ਜਾਏ ਅਤੇ ਜਿਹੜੇ ਉਸ ਪੰਛੀ ਨੂੰ ਖਾਣ ਵਾਲੇ ਦੂਜੇ ਜਨੌਰ ਹਨ, ਦੂਜੇ ਪੰਛੀ ਹਨ, ਉਹ ਕਈ ਵਾਰ ਪਿੰਜਰੇ ਨੂੰ ਪਾੜ ਕੇ ਤੋੜ ਕੇ ਵੀ ਉਹਦੇ 'ਚੋਂ ਉਹਨੂੰ ਕੱਢ ਕੇ ਖਾ ਲੈਂਦੇ ਆ। ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਕਿ ਇਹ ਸਰੀਰ ਇੱਕ ਪਿੰਜਰਾ, ਹੱਡੀਆਂ, ਲਹੂ, ਚਮੜੀ, ਇਸੇ ਪ੍ਰਕਾਰ ਨਾੜੀਆਂ ਦੀ ਬਣਤਰ ਬਣੀ ਹੋਈ। ਇਹਦੇ ਵਿੱਚ ਜਿਹੜੀ ਜੀਵ ਆਤਮਾ ਹੈ ਨਾ ਤੇਰੀ, ਉਹ ਪਿੰਜਰੇ ਦੀ ਨਿਆਈ ਪਈ ਹੋਈ ਹੈ। ਪਰ ਜਦੋਂ ਕਾਲ ਨੇ ਆਉਣਾ, ਮੌਤ ਨੇ ਆਉਣਾ, ਉਦੋਂ ਇਹਨੇ ਤੇਰਾ ਇਹ ਸਾਰਾ ਸਰੀਰ ਦਾ ਪਿੰਜਰਾ ਤੋੜ ਦੇਣਾ। ਨਾ ਉਦੋਂ ਤੇਰੀਆਂ ਅੱਖਾਂ ਨੇ ਕੰਮ ਕਰਨਾ, ਨਾ ਤੇਰੇ ਹੱਥਾਂ ਨੇ ਸਾਥ ਦੇਣਾ, ਨਾ ਤੇਰੇ ਪੈਰਾਂ ਨੇ ਸਾਥ ਦੇਣਾ। ਸਭ ਉਹ ਪਿੰਜਰਾ ਜਿਹੜਾ ਇਹ ਸਰੀਰ ਦਾ ਬਣਿਆ ਤੋੜ ਦੇਣਾ ਉਹਨੇ। ਇਹਨੂੰ ਤੋੜ ਕੇ ਅਤੇ ਜਿਹੜੀ ਤੇਰੀ ਜਿੰਦ ਹੈ, ਜਿਹੜੀ ਤੇਰੀ ਜੀਵ ਆਤਮਾ ਵਿੱਚ ਹੈ, ਇਸ ਨੂੰ ਉਸ ਨੇ ਕੱਢ ਲੈਣਾ ਹੈ। ਪ੍ਰਾਨੀ ਕਿਆ ਮੇਰਾ ਕਿਆ ਤੇਰਾ। ਇਸ ਕਰਕੇ ਭਗਤ ਜੀ ਕਹਿੰਦੇ ਹੈ ਪ੍ਰਾਣਾ ਧਾਰੀ ਜੀਵ, ਕਿਆ ਮੇਰਾ ਕਿਆ ਤੇਰਾ। ਹੁਣ ਸੋਚ ਕੇ ਦੇਖ, ਵਿਚਾਰ ਕੇ ਦੇਖ ਵੀ ਕੀ ਤੇਰਾ ਹੈ ਅਤੇ ਕੀ ਮੇਰਾ ਹੈ। ਭਾਵ ਕਿ ਜਿਸ ਨੂੰ ਤੂੰ ਕਹਿੰਦਾ ਵੀ ਮੇਰਾ ਹੈ, ਉਹਦੇ 'ਤੇ ਹੱਕ ਜਤਾਉਂਦਾ ਵੀ ਇਹ ਤੇਰਾ ਹੈ, ਉਹਦੇ ਵਾਸਤੇ ਤੂੰ ਲੜਦਾ ਹੈ। ਇਸ ਕਰਕੇ ਭਗਤ ਜੀ ਕਹਿੰਦੇ ਹੁਣ ਵਿਚਾਰ ਕੇ ਦੇਖ ਵੀ ਕੀ ਤੇਰਾ ਤੇ ਕੀ ਮੇਰਾ ਹੈ। ਜੈਸੇ ਤਰਵਰ ਪੰਖ ਬਸੇਰਾ। ਇਹ ਤਾਂ ਜਿਵੇਂ ਪੰਛੀਆਂ ਦਾ ਬਸੇਰਾ ਹੁੰਦਾ ਰੁੱਖ ਦੇ ਉੱਤੇ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਹਨ, ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉੱਠ ਚੱਲੇ, ਜਿਉ ਜਿਉ ਔਧ ਬਿਹਾਣੀ ਆ। ਕਿ ਜਿਵੇਂ ਰੁੱਖ ਦੇ ਉੱਤੇ ਪੰਛੀ ਬੈਠਦੇ ਹੈ, ਇੱਕ ਤੱਤੇ ਇੱਕ ਬੋਲਣ ਮਿੱਠੇ। ਉਸੇ ਰੁੱਖ ਦੇ ਉੱਤੇ ਕੋਇਲ ਬੈਠੀ ਹੋਵੇ, ਉਹ ਬੋਲੇ। ਲੋਕ ਕਹਿੰਦੇ ਬੜੀ ਮਿੱਠੀ ਆਵਾਜ਼ ਹੈ ਕੋਇਲ ਦੀ, ਬੜੀ ਸੋਹਣੀ ਆਵਾਜ਼ ਲੱਗਦੀ ਹੈ, ਸੁਣਦੇ ਆ ਉਹਨੂੰ। ਉਸੇ ਰੁੱਖ 'ਤੇ ਕਾਂ ਬੈਠਾ ਹੋਵੇ, ਲੋਕ ਡਲਾ ਮਾਰਦੇ ਆ ਵੀ ਠਾਓ ਇਹਨੂੰ, ਕਾਂ ਕਾਂ ਕਰਦਾ ਹੈ, ਦੋਵੇਂ ਹੀ ਪੰਛੀ। ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਬਿਰਖ ਹੈ ਹੇਠ ਸਭ ਜੰਤ ਇਕੱਠੇ। ਇਹ ਸੰਸਾਰ ਰੂਪੀ ਰੁੱਖ 'ਤੇ ਸਾਰੇ ਜੀਵ ਇਕੱਠੇ ਹੈ, ਇੱਕ ਤੱਤੇ ਇੱਕ ਬੋਲਣ ਮਿੱਠੇ। ਇੱਕ ਤਾਂ ਇੱਦਾਂ ਬੋਲਦੇ ਆ ਜ਼ੁਬਾਨ ਤੋਂ ਵੀ ਜਦੋਂ ਬੋਲਦੇ ਹੈ ਐਡੇ ਸਰਲ ਅਤੇ ਮਿੱਠੇ ਸੁਭਾਅ ਦੇ ਬਚਨ ਬੋਲਦੇ ਆ ਵੀ ਸੁਣਨ ਵਾਲਾ ਵੀ ਪ੍ਰਸੰਨ ਹੋ ਜਾਂਦਾ, ਉਹਦੇ ਅੰਦਰ ਵੀ ਸ਼ਾਂਤੀ ਆ ਜਾਂਦੀ ਹੈ, ਟਿਕਾ ਆ ਜਾਂਦਾ, ਚੰਗਾ ਲੱਗਦਾ ਉਹਨੂੰ। ਅਤੇ ਕੈਸੇ ਫਿੱਕੇ ਵਚਨ ਬੋਲਦੇ ਹੈ, ਇੰਨੇ ਭੈੜੇ ਵਚਨ ਬੋਲਦੇ ਹੈ ਵੀ ਉਹ ਸੁਣ ਕੇ ਕਹਿੰਦੇ ਆ ਵੀ ਇਹਨੂੰ ਬਾਹਰ ਕਰੋ, ਇਹਨੂੰ ਇੱਥੇ ਕਿਉਂ ਬੁਲਾਇਆ, ਕਿਉਂ ਇਹਨੂੰ ਸੱਦਿਆ ਇੱਥੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਧ ਬਿਹਾਣੀ ਆ। ਜਿਵੇਂ ਸੂਰਜ ਦੀ ਲੋ ਦੇ ਨਾਲ, ਦਿਨ ਦੇ ਚੜ੍ਹਨ ਦੇ ਨਾਲ ਪੰਛੀ ਉੱਡ ਜਾਂਦੇ ਹੈ, ਚਾਹੇ ਤੱਤੇ ਬੋਲਣ ਵਾਲੇ ਹੈ ਚਾਹੇ ਮਿੱਠੇ ਬੋਲਣ ਵਾਲੇ ਹੈ। ਇਸੇ ਤਰ੍ਹਾਂ ਜਦੋਂ ਕਾਲ ਦਾ ਸੂਰਜ ਚੜ੍ਹਦਾ ਹੈ
ਤੇ ਸਾਰੇ ਜੀਵ ਇਹ ਸੰਸਾਰ ਰੂਪੀ ਰੁੱਖ ਤੋਂ ਉੱਡ ਜਾਂਦੇ ਹਨ। ਰਹਾਉ ਰੱਖੋ ਕੰਧ ਉਸਾਰਹੁ ਨੀਵਾ। ਭਗਤ ਜੀ ਕਹਿੰਦੇ ਰੱਖੋ ਕੰਧ ਉਸਾਰਹੁ ਨੀਵਾ। ਜਿਹੜੀਆਂ ਨੀਵਾਂ ਤੋਂ ਭਾਵ ਹੈ ਨੀਹਾਂ, ਕਿ ਜਿਹੜੀਆਂ ਤੂੰ ਆਪਣੇ ਘਰਾਂ ਦੀਆਂ ਮਕਾਨਾਂ ਦੀਆਂ ਬੜੀਆਂ ਡੂੰਘੀਆਂ ਨੀਹਾਂ ਰੱਖਦਾ, ਵੀ ਨੀਂਹ ਡੂੰਘੀ ਹੋਣੀ ਚਾਹੀਦੀ ਹੈ, ਵੀ ਬੁਨਿਆਦ ਪੂਰੀ ਹੋਵੇ ਮਕਾਨ ਦੀ। ਭਗਤ ਜੀ ਕਹਿੰਦੇ ਉਹਦੇ ਉੱਪਰ ਫਿਰ ਕੰਧਾਂ ਉਸਾਰਦਾ ਹੈ ਤਰ੍ਹਾਂ ਤਰ੍ਹਾਂ ਦੀਆਂ, ਵੀ ਇਹਦੇ ਕੋਠੀ ਦਾ ਨਕਸ਼ਾ ਬਣਾਉਣਾ, ਇਹਦੇ 'ਤੇ ਉਦੋਂ ਜਿਹੜਾ ਛੋਟਾ ਪੋਰਸ਼ਨ ਉਹਦਾ ਨਕਸ਼ਾ ਬਣਾਉਣਾ। ਭਗਤ ਜੀ ਕਹਿੰਦੇ ਰੱਖੋ ਕੰਧ ਉਸਾਰਹੁ ਨੀਵਾਂ। ਜਿਹੜੀਆਂ ਨੀਹਾਂ ਹਨ ਉਹਨਾਂ ਨੂੰ ਰੱਖ ਕੇ ਤੇ ਉੱਪਰ ਉਹਦੇ ਉੱਤੇ ਸੁੰਦਰ ਮਕਾਨਾਂ ਦੀ ਰਚਨਾ ਕਰਦਾ ਹੈ। ਸਾਢੇ ਤੀਨ ਹਾਥ ਤੇਰੀ ਸੀਵਾ। ਪਰ ਭਗਤ ਜੀ ਕਹਿੰਦੇ ਇਹ ਜਿਹੜਾ ਸਰੀਰ ਹੈ ਨਾ ਤੇਰਾ, ਇਹਨੇ ਉਨੇ ਹੀ ਥਾਂ ਦੇ ਵਿੱਚ 3.5 ਹਾਥ, 3.5 ਹੱਥ ਜਿਹੜੀ ਜਗ੍ਹਾ ਹੈ ਨਾ, ਇਹਨੇ ਉੱਥੇ ਹੀ ਰਹਿਣਾ। ਚਾਹੇ ਤੂੰ ਮਹਿਲ ਬਣਾ ਲਿਆ ਤੇ ਚਾਹੇ ਤੂੰ ਹਵੇਲੀ ਬਣਾ ਲਈ, ਇਹਨੇ ਉਨੀ ਜਗ੍ਹਾ 'ਤੇ ਹੀ ਰਹਿਣਾ। ਇਹਨੇ ਸਾਰੀ ਹਵੇਲੀ 'ਚ ਨਹੀਂ ਪੈ ਜਾਣਾ, ਨਾ ਇਹਨੇ ਸਾਰੀ ਕੋਠੀ 'ਚ ਪੈ ਜਾਣਾ, ਇਹਨੇ ਉਨੇ ਥਾਂ 'ਚ ਹੀ ਪੈਣਾ। ਜਾਂ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਹਨ 3.5 ਹਾਥ ਤੇਰੀ ਸੀਵਾ। ਵੀ ਤੂੰ ਕਹਿੰਦਾ ਮੇਰੀ ਹਵੇਲੀ, ਮੇਰਾ ਮਕਾਨ, ਮੇਰੀ ਕੋਠੀ, ਪਰ ਤੇਰੇ ਹਿੱਸੇ ਜਿਵੇਂ ਸਰੀਰ ਜਦੋਂ ਜੀਵ ਚੜ੍ਹਾਈ ਕਰਦੇ, ਜਿਹੜਾ ਸਰੀਰ ਹੈ ਚਾਹੇ ਉਹਦਾ ਸੰਸਕਾਰ ਕਰ ਦਈਏ, ਚਾਹੇ ਉਸ ਨੂੰ ਕਬਰ 'ਚ ਪਾ ਦਈਏ, ਥਾਂ ਉਨੀ ਕੀ ਰੋਕਦਾ 3.5 ਹੱਥ। ਆਪਣੀ ਕੂਹਣੀ ਤੱਕ 1 ਹੱਥ ਮੰਨਿਆ ਜਾਂਦਾ, ਤੇ ਆਮ ਲੋਕ ਇਹ ਦੱਸਦੇ ਆ ਵੀ ਇਹ 3.5 ਹੱਥ ਹੋ ਜਾਣ ਕੂਹਣੀ ਤੱਕ, ਤੇ ਐਡਾ ਹਰੇਕ ਜੀਵ ਦਾ ਸਰੀਰ ਹੈ, ਚਾਹੇ ਉਹ ਮਿਲ ਲਵੇ, ਵੀ ਉਹਦੇ ਜਿੰਨੇ 3.5 ਹੱਥੇ ਬਣਦੇ ਇੰਨੀ ਦੇਹ ਉਹਦੀ ਆਪਦੀ ਹੁੰਦੀ ਹੈ। ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤੇ ਹਨ ਕਿ ਕਾਰਜ 3.5 ਹੱਥ ਘਣੀ ਤਾਂ 4.25। ਜੇ ਕੋਈ ਬਹੁਤੀ ਵੱਡੀ ਹੈ ਤੇ 4.25 ਹੋ ਸਕਦੀ ਹੈ, ਪਰ ਪੈਣਾ ਤੂੰ ਅਖੀਰ ਨੂੰ ਆ ਕੇ ਉਨੀ ਜਗ੍ਹਾ ਦੇ ਵਿੱਚ ਹੀ ਹੈ। ਬੰਕੇ ਬਾਲ ਪਾਗ ਸਿਰ ਡੇਰੀ। ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਬੰਕੇ ਬਾਲ, ਬੜੇ ਸੁੰਦਰ ਤਰੀਕੇ ਦੇ ਨਾਲ ਜਿਹੜੇ ਤੂੰ ਆਪਣੇ ਕੇਸ ਹਨ, ਵਾਲ ਹਨ, ਉਹਨਾਂ ਨੂੰ ਵਾਹੁਣਾ ਹੈ। ਜਾਂ ਜਿਸ ਪ੍ਰਕਾਰ ਮਾਈਆਂ ਔਰਤਾਂ ਜਿਹੜੀਆਂ ਹਨ ਉਹ ਆਪਣੇ ਸੁੰਦਰ ਕੇਸਾਂ ਨੂੰ ਗੁੰਦਦੀਆਂ ਬਣਾਉਂਦੀਆਂ ਹਨ, ਸੰਧੂਰ ਭਰਦੀਆਂ ਹਨ, ਇਸੇ ਤਰ੍ਹਾਂ ਹੀ ਪਾਗ ਸਿਰ ਡੇਰੀ, ਕਿ ਜੀਵ ਜਿਹੜਾ ਮਨੁੱਖ ਜਿਹੜਾ ਸਿਰ ਦੇ ਉੱਤੇ ਬੜੀਆਂ ਟੇਢੀਆਂ ਤੇ ਬੜੀਆਂ ਦੇਰਾਂ ਲਾ ਲਾ ਕੇ ਸੁੰਦਰ ਦਸਤਾਰਾਂ ਬੰਨ੍ਹਦਾ ਹੈ। ਇਹੋ ਤਨ ਹੋਏਗੋ ਭਸਮ ਕੀ ਢੇਰੀ। ਪਰ ਇਹ ਵਿਚਾਰ ਕੇ ਦੇਖ ਵੀ ਹੈ ਅਕਸਰ ਨੂੰ ਇਹ ਸਰੀਰ ਹੀ, ਤੇ ਇਹਨੇ ਹੋਣਾ ਕੀ ਹੈ? ਭਸਮ ਕੀ ਢੇਰੀ। ਹੋਣਾ ਇਹਨੇ ਸਵਾਦ ਦੀ ਢੇਰੀ ਹੀ ਹੈ, ਅਖੀਰ ਨੂੰ ਇਹਦੀ ਰਾਖ ਹੀ ਬਣਨੀ ਹੈ। ਚਾਹੇ ਇਹਨੂੰ ਤੂੰ ਕਿੰਨਾ ਸਵਾਰ ਲੈ, ਕਿੰਨਾ ਇਹਦੇ ਨਾਲ ਜੁੜ ਜਾ, ਦੇਹ ਦਾ ਅਧਿਆਸ ਹੁੰਦਾ ਵੀ ਜੇ ਸ਼ੀਸ਼ੇ ਮੂਹਰੇ ਖੜ੍ਹ ਗਿਆ ਤੇ ਘੰਟਾ 2-2 ਘੰਟੇ ਕਈ ਵਾਰੀ ਲੰਘ ਜਾਂਦੇ ਆ, ਪੱਗ ਹੀ ਨਹੀਂ ਵੱਝਦੀ, ਫਿਰ ਢਾਹ ਲੈਂਦਾ, ਫਿਰ ਬੰਨ੍ਹ ਲੈਂਦਾ, ਫਿਰ ਢਾਹ ਲੈਂਦਾ। ਇਸੇ ਤਰ੍ਹਾਂ ਹੀ ਸ਼ੀਸ਼ੇ ਦੇ ਮੂਹਰੇ ਖੜ੍ਹ ਕੇ ਆਪਣੇ ਸਰੀਰ ਨੂੰ ਸ਼ਿੰਗਾਰੀ ਜਾਣਾ, ਵੇਖੀ ਜਾਣਾ, ਉਹਦੇ 'ਤੇ ਇਹ ਭਗਤ ਜੀ ਕਹਿੰਦੇ ਦੇਹ ਦਾ ਅਧਿਆਸ ਹੈ, ਸਰੀਰ ਨਾਲ ਜੁੜਿਆ ਹੋਇਆ ਮਨੁੱਖ ਹੈ। ਪਰ ਜਿਹੜੇ ਸਰੀਰ ਨੂੰ ਸਵਾਰਨ ਦੇ ਆ, ਜਿਹਦੇ 'ਤੇ ਇੰਨਾ ਸਮਾਂ ਲਾਈ ਜਾਂਦਾ, ਹੋਏਗੋ ਭਸਮ ਕੀ ਢੇਰੀ। ਇਹਦੀ ਅਸਲੀ ਜਿਹੜੀ ਹੋਂਦ, ਅਸਲੀ ਜਿਹੜਾ ਇਹਦਾ ਵਜੂਦ ਇਹੀ ਬਣਨਾ ਅਖੀਰ 'ਤੇ, ਕਿ ਇਹਨੇ ਸਰੀਰ ਨੇ ਸਵਾਹ ਦੀ ਢੇਰੀ ਮਿੱਟੀ ਬਣ ਜਾਣੀ ਹੈ। ਉੱਚੇ ਮੰਦਰ ਸੁੰਦਰ ਨਾਰੀ। ਭਗਤ ਜੀ ਕਹਿੰਦੇ ਜੀਵ ਨੇ ਬੜੇ ਉੱਚੇ ਉੱਚੇ ਮੰਦਰ, ਜਿਹੜੇ ਮਹਿਲ ਹਨ, ਉਹ ਬਣਾ ਲਏ। ਸੁੰਦਰ ਨਾਰੀ, ਤਰ੍ਹਾਂ ਤਰ੍ਹਾਂ ਦੇ ਸੁੰਦਰ ਸੋਹਣੇ ਸਰੂਪ ਵਾਲੀਆਂ ਤ੍ਰੀਮਤਾਂ ਜਿਹੜੀਆਂ ਔਰਤਾਂ ਹਨ, ਉਹਨਾਂ ਨੂੰ ਲੈ ਆਂਦਾ। ਰਾਮ ਨਾਮ ਬਿਨ ਬਾਜੀ ਹਾਰੀ। ਪਰ ਭਗਤ ਜੀ ਕਹਿੰਦੇ ਰਾਮ ਦੇ ਨਾਮ ਤੋਂ ਬਿਨਾ ਬਾਜੀ ਜਿਹੜੀ ਆ ਸਰੀਰ ਦੀ, ਉਹ ਹਾਰ ਗਿਆ। ਰਾਮ ਦੇ ਨਾਮ ਬਿਨਾ ਬਾਕੀ ਸਭ ਕੁਝ ਇਕੱਠਾ ਕਰ ਲਿਆ, ਪਰ ਅਖੀਰ ਨੂੰ ਜਿਹੜੀ ਜਮਾਂ ਦੇ ਹੱਥੋਂ ਬਾਜੀ ਹਾਰ ਗਿਆ। ਜਮ ਬਾਜੀ ਜਿੱਤ ਗਏ, ਮੌਤ ਜਿਹੜੀ ਆ ਉਹ ਜਿੱਤ ਗਈ, ਜਮਦੂਤ ਜਿੱਤ ਗਏ, ਫੜ ਕੇ ਨਰਕਾਂ ਨੂੰ ਲੈ ਗਏ, ਉੱਥੇ ਜਾ ਕੇ ਹਾਰ ਗਿਆ। ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਆਉਂਦੇ ਹਨ, ਦੇਸ ਵਿਦੇਸ ਨਰਿਸਨ ਜੀਤ,
ਅਨੇਸ ਵੱਡੇ ਅਵਨੇਸ ਸੰਘਾਰੇ, ਅੱਠ ਹੋਈ ਸਿੱਧ ਸਭੈ ਨਵ ਨਿਧ, ਸਮਰਿੱਧਨ ਸਰਬ ਭਰੇ ਗ੍ਰਹਿ ਸਾਰੇ। ਚੰਦਰ ਮੁਖੀ ਬਨਤਾ ਬਹੁਤੈ ਘਰ, ਮਾਲ ਭਰੇ ਨਹੀਂ ਜਾਤ ਸੰਭਾਰੇ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਅੰਤ ਕੋ ਨਾਂਗੇ ਹੀ ਪਾਏ ਸਿਧਾਰੇ, ਕਿ ਰਾਮ ਦੇ ਨਾਮ ਤੋਂ ਬਿਨਾਂ ਅਖੀਰ ਨੂੰ ਜੀਵ ਜਿਹੜਾ ਖਾਲੀ ਹੱਥੀ ਗਿਆ। ਇਸ ਕਰਕੇ ਭਗਤ ਰਵਿਦਾਸ ਸਾਹਿਬ ਜੀ ਇੱਥੇ ਬਚਨ ਕਰਦੇ ਹਨ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਰਮਿਆ ਹੋਇਆ ਜੋ ਰਾਮ ਪਰਮੇਸ਼ਰ ਹੈ, ਉਹਦੀ ਭਗਤੀ ਕੀਤੇ ਤੋਂ ਬਿਨਾਂ, ਉਹਦੇ ਨਾਮ ਜਪੇ ਤੋਂ ਬਿਨਾਂ ਜੀਵ ਜਿਹੜਾ ਹੈ ਆਪਣੇ ਮਨੁੱਖਾ ਸਰੀਰ ਦੀ ਬਾਜੀ ਨੂੰ ਹਾਰ ਗਿਆ। ਮੇਰੀ ਜਾਤ ਕਮੀਨੀ ਪਾਤ ਕਮੀਨੀ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਮੈਨੂੰ ਲੋਕ ਕਹਿੰਦੇ ਆ ਵੀ ਤੇਰੀ ਜਾਤ ਬੜੀ ਕਮੀਨੀ ਹੈ, ਤੂੰ ਨੀਵੀਂ ਜਾਤ ਦਾ ਹੈ। ਪਾਤ ਜਿਹੜੀ ਬਰਾਦਰੀ ਹੈ ਉਹ ਵੀ ਤੇਰੀ ਬੜੀ, ਪੰਗਤ ਜਿਹੜੀ ਹੈ ਬੈਠਕ ਜਿਹੜੀ ਹੈ ਤੇਰੀ ਉਹ ਵੀ ਬੜੀ ਨੀਵੀਂ ਹੈ। ਪੁੱਛਾ ਜਨਮ ਹਮਾਰਾ। ਤੇ ਜਨਮ ਜਿਹੜਾ ਮੇਰਾ ਹੈ ਪਰਮੇਸ਼ਰ ਵਾਹਿਗੁਰੂ, ਉਹ ਵੀ ਕੋਈ ਚੰਗੀ ਕੁਲ ਦੇ ਵਿੱਚ ਨਹੀਂ ਕਹਿੰਦੇ ਵੀ ਮਾੜੇ ਘਰਾਂ ਦੇ ਵਿੱਚ, ਮਾੜੀ ਕੁਲ ਦੇ ਵਿੱਚ ਜਨਮ ਦੱਸਦੇ ਹਨ। ਤੁਮ ਸਰਨਾਗਤ ਰਾਜਾ ਰਾਮਚੰਦ। ਪਰ ਪਰਮੇਸ਼ਰ ਵਾਹਿਗੁਰੂ ਮੈਂ ਤੇਰੀ ਸ਼ਰਨ ਦੇ ਵਿੱਚ ਪੈ ਗਿਆ। ਰਾਜਾ ਰਾਮਚੰਦ, ਤੂੰ ਜੋ ਸ੍ਰਿਸ਼ਟੀ ਦਾ ਰਾਜਾ ਤੇ ਰਮਿਆ ਹੋਇਆ ਰਾਮ, ਚੰਦਰਮਾ ਦੀ ਨਿਆਈ ਸ਼ਾਂਤੀ ਦੇਣ ਵਾਲੇ ਪਰਮੇਸ਼ਰ ਵਾਹਿਗੁਰੂ, ਮੈਂ ਤੇਰੀ ਸ਼ਰਨ ਦੇ ਵਿੱਚ ਪੈ ਗਿਆ ਹਾਂ। ਰਵਿਦਾਸ ਚਮਾਰਾ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਮੈਨੂੰ ਲੋਕ ਕਹਿੰਦੇ ਹਨ ਕਿ ਇਹ ਚਮਾਰ ਹੈ, ਪਰ ਵਾਕਿਆ ਦੇ ਵਿੱਚ ਹੀ ਭਗਤ ਜੀ ਕਹਿੰਦੇ ਮੈਂ ਚਮਾਰ ਹੀ ਹਾਂ। ਚਮਾਰ ਦਾ ਅਰਥ ਚੰਮ ਦਾ ਅਰੀ, ਚਮੜੇ ਦਾ ਅਰੀ ਕਹੀਏ ਵੈਰੀ, ਜਿਹੜਾ ਚੰਮ ਦਾ ਵੈਰੀ ਹੋਵੇ। ਤੇ ਸਰੀਰ ਆਪਣਾ ਚੰਮ ਹੀ ਹੈ, ਜਿਹੜਾ ਇਹ ਸਰੀਰ ਦਾ ਵੈਰੀ ਬਣ ਜਾਏ ਵੀ ਇਹਦੇ ਨਾਲ ਨਹੀਂ ਜੁੜਨਾ, ਇਹ ਸਰੀਰ ਤੋਂ ਉੱਪਰ ਉੱਠ ਕੇ ਜਿਹੜੀ ਆਤਮਾ ਹੈ ਉਹਨੂੰ ਪਰਮੇਸ਼ਰ 'ਚ ਭੇਦ ਕਰਨਾ, ਇਹਦਾ ਵੈਰੀ ਬਣ ਜਾਏ ਵੀ ਇਹ ਸਰੀਰ ਦੇ ਨਾਲ ਨਹੀਂ ਜੁੜੇ ਰਹਿਣਾ, ਵੀ ਇਸੇ ਨੂੰ ਹੀ ਇਹਦੇ ਵਿੱਚ ਹੀ ਫਸੇ ਰਹਿਣਾ। ਭਗਤ ਜੀ ਕਹਿੰਦੇ ਇਹਦੇ ਤੋਂ ਮੈਂ ਉੱਪਰ ਉੱਠ ਗਿਆ, ਇਹਦਾ ਵੈਰੀ ਬਣ ਗਿਆ, ਇਹਨੂੰ ਛੱਡ ਦਿੱਤਾ। ਬਾਕੀ ਜਿੰਨੇ ਜੀਵ ਹਨ ਸਭ ਉਹ ਚੰਮ ਦੇ ਵਿੱਚ ਹੀ ਹੈ, ਚੰਮ ਦੇ ਨਾਲ ਹੀ ਪ੍ਰੀਤੀ ਹੈ। ਇਸ ਕਰਕੇ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਮੈਂ ਤੇਰੀ ਸ਼ਰਨ ਦੇ ਵਿੱਚ ਹਾਂ, ਤੇ ਤੇਰੀ ਸ਼ਰਨ ਦੇ ਵਿੱਚ ਪੈ ਕੇ ਹੀ ਸੁਖ ਦੀ ਪ੍ਰਾਪਤੀ ਹੈ। ਚਮਰਟਾ ਗਾਂਠ ਨ ਜਨਈ। ਅਗਲੇ ਸ਼ਬਦ ਦੇ ਅੰਦਰ ਭਗਤ ਰਵਿਦਾਸ ਸਾਹਿਬ ਜੀ ਬਚਨ ਕਰਦੇ ਹਨ ਕਿ ਭਗਤ ਜੀ ਬੜੀ ਗਰੀਬੀ ਹਾਲਤ ਦੇ ਅੰਦਰ ਇੱਕ ਝੌਂਪੜੀ ਦੇ ਵਿੱਚ ਰਹਿੰਦੇ ਤੇ ਜੁੱਤੀਆਂ ਗੰਢਦੇ, ਤੇ ਉਹਨੇ ਕੀ ਮਜ਼ਦੂਰੀ ਲੈਂਦੇ ਜਿਹਦੇ ਨਾਲ ਭੋਜਨ ਪਾਣੀ ਬਣ ਜਾਏ ਤੇ ਛਕ ਲੈਣ। ਤੇ ਨਹੀਂ ਇੱਦਾਂ ਹੀ ਕੋਈ ਜੁੱਤੀਆਂ ਗੰਢਾ ਜਾਂਦਾ, ਕੋਈ ਤਲੇ ਲਵਾ ਜਾਂਦਾ, ਕੋਈ ਮਜ਼ਦੂਰੀ ਨਾ ਲੈਂਦੇ। ਪਰਮੇਸ਼ਰ ਵਾਹਿਗੁਰੂ ਨੇ ਸੋਚਿਆ ਵੀ ਭਗਤ ਜੀ ਨੂੰ ਆਪਾਂ ਅਮੀਰ ਕਰ ਦਈਏ, ਇਹਦੀ ਗਰੀਬੀ ਦੂਰ ਕਰ ਦਈਏ। ਪ੍ਰਮਾਤਮਾ ਪਰਮੇਸ਼ਰ ਕਹਿੰਦੇ ਇੱਕ ਸਾਧੂ ਦਾ ਰੂਪ ਧਾਰਨ ਕਰਕੇ ਤੇ ਭਗਤ ਰਵਿਦਾਸ ਜੀ ਦੇ ਕੋਲ ਆਇਆ ਤੇ ਕਹਿਣ ਲੱਗੇ ਕਿ ਭਗਤਾ ਤੈਨੂੰ ਇਹ ਚੀਜ਼ ਦਿੰਦੇ ਆ ਵੀ ਇਹ ਪਾਰਸ ਦੀ ਵੱਟੀ ਹੈ, ਵੀ ਇਹਦੇ ਨਾਲ ਸੋਨਾ ਬਣ ਜਾਂਦਾ, ਜਿੰਨਿਆਂ ਤੇਰੇ ਕੋਲੇ ਆ ਲੋਹਾ ਪਿਆ ਨਾ ਸਾਰਾ ਸੋਨਾ ਬਣ ਜਾਏਗਾ, ਤੇ ਤੈਨੂੰ ਅਸੀਂ ਬਣਾ ਕੇ ਦਿਖਾ ਦਿੰਦੇ ਆ, ਤੇ 1 ਮਹੀਨੇ ਵਾਸਤੇ ਤੈਨੂੰ ਇਹ ਪਾਰਸ ਦੀ ਵੱਟੀ ਦੇ ਜਾਂਦੇ ਆ, ਤੂੰ ਜਿੰਨਾ ਸੋਨਾ ਬਣਾਉਣਾ ਚਾਹੇ ਬਣਾ ਲੈ, ਬਾਅਦ ਦੇ ਵਿੱਚ ਸਾਨੂੰ ਇਹ ਤੂੰ ਵਾਪਸ ਕਰ ਦੇਈਂ। ਉਹ ਜਿਹਦੇ ਨਾਲ ਚਮੜੇ ਨੂੰ ਛਿੱਲਦੇ ਹੈ ਉਹ ਰੰਬੀ ਹੁੰਦੀ ਹੈ, ਰੰਬੀ ਦੇ ਨਾਲ ਚਮੜੇ ਨੂੰ ਛਿੱਲ ਕੇ ਤਲਾ ਬਰਾਬਰ ਕਰਕੇ ਫਿਰ ਲਾਇਆ ਜਾਂਦਾ, ਉਹ ਲੋਹੇ ਦੀ ਹੁੰਦੀ ਹੈ। ਇਸੇ ਤਰ੍ਹਾਂ ਹੀ ਜਦੋਂ ਜੁੱਤੀ ਨੂੰ ਗੰਢਦੇ ਹੈ ਤੇ ਇੱਕ ਆਰ ਹੁੰਦੀ ਹੈ, ਸੂਆ ਜਿਹਾ ਹੁੰਦਾ, ਜਿਹਦੇ ਨਾਲ ਉਹ ਤਲੇ ਦੇ ਵਿੱਚ ਦੀ ਧਾਗਾ ਖਿੱਚਦੇ ਹੈ, ਗੰਢ ਮਾਰਦੇ ਹੈ, ਉਹ ਵੀ ਲੋਹੇ ਦੀ ਸੀ। ਪਰਮੇਸ਼ਰ ਨੇ ਕੀ ਕੀਤਾ, ਦੋਵੇਂ ਫੜ ਕੇ ਸੋਨੇ ਦੀਆਂ ਬਣਾਤੀਆਂ। ਕਹਿੰਦੇ ਵੀ ਆਹ ਦੇਖ, ਜਿਵੇਂ ਆਹ ਸੋਨਾ ਬਣ ਗਿਆ ਨਾ, ਤੇ ਇੱਦਾਂ ਹੀ ਤੂੰ ਬਾਕੀ ਦੀਆਂ ਵੀ ਸੋਨੇ ਦੀਆਂ ਬਣਾ ਲਈ ਸਭ ਕੁਝ, ਤੇ ਮਹੀਨੇ ਬਾਅਦ ਇਹ ਸਾਨੂੰ ਮੋੜ ਦੇਈਂ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਠੀਕ ਆ ਮਹਾਤਮਾ ਜੀ, ਰੱਖ ਦਿਓ ਇੱਥੇ। ਉਹ ਰੱਖ ਕੇ ਚਲੇ ਗਿਆ। ਪਰਮੇਸ਼ਰ ਵਾਹਿਗੁਰੂ ਅਲੋਪ ਹੋ ਗਏ। ਤੇ ਭਗਤ ਜੀ ਨੇ ਵੇਖਿਆ ਵੀ ਹੁਣ ਉਹ ਜਦੋਂ ਰੰਬੀ ਸੋਨੇ ਦੀ ਬਣ ਗਈ
ਉਹਦੇ ਵਿੱਚ ਉਹ ਲੋਹੇ ਵਾਲੀ ਕਠੋਰਤਾ ਨਾ ਰਹੀ, ਉਹ ਚਮੜਾ ਨਾ ਛਿੱਲੇ। ਉਹ ਜਿਹੜਾ ਆਰ ਸੀਗੀ ਜਿਹਦੇ ਨਾਲ ਤੋਪਾ ਲਾਇਆ ਜਾਂਦਾ, ਉਹ ਸੋਨੇ ਦੀ ਬਣ ਗਈ। ਉਹ ਵੀ ਜਦੋਂ ਤੋਪਾ ਲਾਉਣੋਂ ਵਿੰਗੀ ਹੋ ਜਾਏ, ਕਿਉਂਕਿ ਉਹਦੇ 'ਚ ਲੋਹੇ ਵਾਲੀ ਕਠੋਰਤਾ ਨਹੀਂ ਰਹੀ। ਸੋਨਾ ਜਿਹੜਾ ਉਹ ਨਰਮ ਹੁੰਦਾ। ਭਗਤ ਜੀ ਕਹਿਣ ਲੱਗੇ ਵੀ ਇਹ ਤਾਂ ਕੰਮ ਹੀ ਰੁਕ ਗਿਆ ਆਪਣਾ। ਸਭ ਕੁਝ ਛੱਡ ਕੇ ਫਿਰ ਪਰਮੇਸ਼ਰ ਦੇ ਜੁੜ ਗਏ। ਜਦੋਂ ਮਹੀਨੇ ਕੁ ਬਾਅਦ ਫਿਰ ਪਰਮੇਸ਼ਰ ਨੇ ਵੇਖਿਆ ਵੀ ਇਹ ਤਾਂ ਫਿਰ ਭਗਤ ਉਸੇ ਤਰ੍ਹਾਂ ਹੀ ਹੈ। ਫਿਰ ਉਹ ਸਾਧੂ ਮਹਾਤਮਾ ਦੇ ਰੂਪ 'ਚ ਆਏ, ਕਹਿਣ ਲੱਗੇ ਵੀ ਸਾਡੀ ਪਾਰਸ ਦੀ ਵੱਟੀ ਦਿੱਤੀ ਸੀ ਤੈਨੂੰ, ਵੀ ਤੂੰ ਸੋਨਾ ਹੀ ਕੋਈ ਨਹੀਂ ਬਣਾਇਆ। ਅਤੇ ਭਗਤ ਜੀ ਕਹਿਣ ਲੱਗੇ ਕਿ ਹੇ ਮਹਾਤਮਾ ਜੀ, ਤੁਸੀਂ ਤਾਂ ਸਾਡਾ ਹੋਰ ਕੰਮ ਰੋਕ ਦਿੱਤਾ। ਜਿਹੜਾ ਕੰਮ ਚੱਲਦਾ ਸੀ ਉਹ ਵੀ ਰੁਕ ਗਿਆ। ਪਰ ਜਦੋਂ ਪਰਮੇਸ਼ਰ ਨੇ ਵੇਖਿਆ ਵੀ ਭਗਤ ਦੇ ਅੰਦਰ ਕੋਈ ਲਾਲਚੀ ਨਹੀਂ ਹੈ, ਉਸ ਸਮੇਂ ਪਰਮੇਸ਼ਰ ਵਾਹਿਗੁਰੂ ਪ੍ਰਗਟ ਹੋਏ, ਕਹਿਣ ਲੱਗੇ ਵੀ ਠੀਕ ਹੈ, ਤੇਰੀ ਭਗਤੀ ਸਫਲ ਹੈ, ਤੇਰੇ ਅੰਦਰ ਕੋਈ ਲਾਲਚ ਨਹੀਂ ਤੇ ਆਮ ਸੰਸਾਰੀ ਜੀਵ ਨੂੰ ਪਾਰਸ ਦੀ ਵੱਟੀ ਮਿਲੀ ਹੋਵੇ ਅਤੇ ਜੀਵ ਤੇ ਮਹੀਨੇ ਦੇ ਵਿੱਚ ਤੇ ਕੀ ਆਂਢੀਆਂ ਗਵਾਂਢੀਆਂ ਦੇ ਕੀ ਸਭ ਦੇ ਸੋਨਾ ਹੀ ਸੋਨਾ ਬਣਾ ਦੇ। ਇੰਨੀ ਲਾਲਚੀ ਬਿਰਤੀ ਜੀਵ ਦੀ ਇੱਕ ਸੰਸਾਰੀ ਤਲ 'ਤੇ। ਪਰ ਭਗਤ ਜੀ ਉਸ ਸਮੇਂ ਕਹਿੰਦੇ ਹਨ, ਆਰ ਨਹੀਂ ਜੇ ਤੋਪੋ ਰੰਬੀ ਠਾਵੋਂ ਰੂਪੋਂ। ਕਹਿੰਦੇ ਹੇ ਪਰਮੇਸ਼ਰ ਵਾਹਿਗੁਰੂ, ਤੂੰ ਤੇ ਆਰ ਜਿਹੜੀ ਹੈ ਉਹ ਵੀ ਸੋਨੇ ਦੀ ਕਰਤੀ, ਹੁਣੇ ਤੋਪਾ ਨਹੀਂ ਲਾਉਂਦੀ। ਰੰਬੀ ਜਿਹੜੀ ਉਹ ਸੋਨੇ ਦੀ ਬਣ ਗਈ, ਇਹ ਚਮੜਾ ਨਹੀਂ ਛਿੱਲਦੀ। ਮੇਰਾ ਤੇ ਤੂੰ ਕੰਮ ਜਿਹੜਾ ਉਹ ਹੋਰ ਖੜਾ ਦਿੱਤਾ। ਉਸ ਸਮੇਂ ਜਦੋਂ ਇਹ ਹਾਲਤ ਬਣ ਗਈ ਤੇ ਫਿਰ ਜਿਹੜੇ ਲੋਕ ਆਉਂਦੇ ਹੈ ਭਗਤ ਜੀ ਦੇ ਪਾਸ ਕਿ ਭਗਤ ਜੀ ਇਹ ਜੁੱਤਾ ਗੰਢ ਦਿਓ, ਤਲਾ ਲਾ ਦਿਓ, ਤਾਂ ਉਸ ਸਮੇਂ ਭਗਤ ਰਵਿਦਾਸ ਸਾਹਿਬ ਜੀ ਨੇ ਬਚਨ ਉਚਾਰਨ ਕੀਤਾ ਹੈ, ਚਮਰੱਟਾ ਗਾਂਠ ਨਾ ਜਨਈ। ਚਮਰੱਟਾ ਕਹਿੰਦੇ ਹਨ ਜਿਹੜਾ ਕੋਈ ਚਮਾਰ ਦਾ ਲੜਕਾ ਹੋਵੇ ਉਹਨੂੰ ਪਿਆਰ ਨਾਲ ਚਮਰੱਟਾ ਕਹਿੰਦੇ ਆ। ਕਿ ਮੈਂ ਭਗਤ ਜੀ ਕਹਿੰਦੇ ਗਾਂਠ ਨਾ ਜਨਈ, ਮੈਂ ਹੁਣ ਇਹ ਜਿਹੜੀਆਂ ਗੰਢਾਂ ਲਾਉਣੀਆਂ, ਜੁੱਤੀਆਂ ਦੇ ਜੁੱਤੇ ਗੰਢਣੇ, ਇਹ ਕੰਮ ਮੈਂ ਨਹੀਂ ਜਾਣਦਾ ਹਾਂ। ਲੋਗ ਗਠਾਵੈ ਪਨਹੀ। ਭਗਤ ਜੀ ਕਹਿੰਦੇ ਲੋਕ ਜਿਹੜੇ ਹਨ ਉਹ ਪਨਹੀ ਜਿਹੜੇ ਜੋੜੇ ਜੁੱਤੀਆਂ ਹਨ ਉਹਨਾਂ ਨੂੰ ਗਣਾਉਂਦੇ ਹਨ। ਆਰ ਨਹੀਂ ਜਿਹੀ ਤੋਪਾ। ਭਗਤ ਜੀ ਕਹਿੰਦੇ ਮੇਰੇ ਪਾਸ ਉਹ ਆਰ ਜਿਹੜੀ ਜਿਹਦੇ ਨਾਲ ਤੋਪਾ ਲਾਇਆ ਜਾਂਦਾ ਨਾ, ਉਹ ਹੁਣ ਮੇਰੇ ਕੋਲ ਨਹੀਂ ਹੈ। ਆਰ ਨਹੀਂ ਜੇ ਤੋਪਾ, ਜਿਹਦੇ ਨਾਲ ਤੋਪਾ ਲਾ ਕੇ ਗੰਢ ਲਾ ਕੇ ਤਲਾ ਜਿਹੜਾ ਉਹ ਗੰਢਿਆ ਜਾਂਦਾ ਹੈ, ਉਹ ਮੇਰੇ ਕੋਲ ਆਰ ਨਹੀਂ ਹੈ। ਨਹੀਂ ਰੰਬੀ ਠਾਓ ਰੂਪੋ। ਤੇ ਨਾ ਹੀ ਮੇਰੇ ਪਾਸ ਉਹ ਰੰਬੀ ਜਿਹੜੀ ਹੈ ਉਹਨੂੰ ਮੇਰੇ ਕੋਲ ਉਹ ਰੰਬੀ ਰਹੀ ਹੈ ਜਿਹਦੇ ਨਾਲ ਉਹ ਚਮੜਾ ਛਿੱਲ ਕੇ ਤੇ ਤਲਾ ਬਣਾਇਆ ਜਾਂਦਾ ਹੈ। ਲੋਕ ਗੰਠ ਗੰਠ ਖਰਾ ਬਿਗੂਚਾ। ਭਗਤ ਜੀ ਕਹਿੰਦੇ ਲੋਕ ਜਿਹੜੇ ਹਨ ਸੰਸਾਰ ਦੇ ਅੰਦਰ ਉਹ ਜੋੜੇ ਗੰਢ ਗੰਢ ਕੇ ਹੀ ਖਰਾ ਬਗੂਚਾ। ਜੀਵ ਜਿਹੜੇ ਹਨ ਉਹ ਖਰਾ ਕਹੀਏ ਖਰਾਬ ਹੋ ਰਹੇ ਹੈ। ਇੱਥੇ ਗੱਲ ਭਗਤ ਜੀ ਉਸੇ ਪਿਛਲੇ ਸ਼ਬਦ ਦੇ ਅਨੁਸਾਰ ਚੰਮ ਦੀ ਕਰਦੇ ਹੈ ਵੀ ਜੀਵ ਜਿਹੜੇ ਹਨ ਉਹ ਸਿਰਫ ਇਹ ਸਰੀਰ ਦੇ ਨਾਲ ਚੰਮ ਦੇ ਨਾਲ ਜੁੜੇ ਹੋਏ ਹਨ ਅਤੇ ਚੰਮ ਦੀਆਂ ਹੀ ਗੰਢਾਂ ਹਨ। ਗੰਢ ਨਾਮ ਹੈ ਜੋੜ ਦਾ, ਸੰਜੋਗ ਦਾ, ਪ੍ਰੀਤੀ ਦਾ। ਵੀ ਜੀਵ ਦੀ ਜਿਹੜੀ ਪ੍ਰੀਤੀ ਹੈ ਉਹ ਸਰੀਰਾਂ ਦੇ ਨਾਲ ਹੀ ਹੈ, ਸਰੀਰਾਂ ਦੇ ਨਾਲ ਹੀ ਜੁੜਿਆ ਹੋਇਆ, ਸਰੀਰਾਂ ਦੇ ਨਾਲ ਹੀ ਇਹਦਾ ਮੋਹ ਪ੍ਰੇਮ ਹੈ। ਇਸ ਕਰਕੇ ਭਗਤ ਜੀ ਕਹਿੰਦੇ ਲੋਕ ਗੰਠ ਗੰਠ ਖਰਾ ਬਗੂਚਾ। ਲੋਕ ਜਿਹੜੇ ਹਨ ਇਹ ਸਰੀਰਕ ਤਲ ਦੀਆਂ ਪ੍ਰੀਤੀਆਂ ਕਰ ਕਰਕੇ ਇੱਕ ਦੂਜੇ ਦੇ ਨਾਲ ਖਰਾਬ ਹੋ ਰਹੇ ਹਨ। ਗਾਂਠੇ ਜਾਏ ਪਹੁੰਚਾ। ਭਗਤ ਜੀ ਕਹਿੰਦੇ ਮੈਂ ਇਹ ਹਉ ਬਿਨ ਗਾਂਠੇ, ਮੈਂ ਇਹ ਬਿਨਾਂ ਗੰਢ ਤੋਂ ਭਾਵ ਕਿ ਜਿਹੜੀ ਇਹ ਸਰੀਰਾਂ ਦੀ ਪ੍ਰੀਤੀ ਹੈ ਇਹਨੂੰ ਛੱਡ ਕੇ, ਹੱਡ ਚੰਮ ਦੀ ਪ੍ਰੀਤੀ ਨੂੰ ਛੱਡ ਕੇ ਜਾਏ ਪਹੁੰਚਾ, ਮੈਂ ਸਿੱਧਾ ਹੀ ਉਸ ਅਵਸਥਾ 'ਤੇ ਪਹੁੰਚ ਗਿਆ ਹਾਂ। ਰਵਿਦਾਸ ਜਪੋ ਰਾਮ ਨਾਮਾ। ਭਗਤ ਜੀ ਨੂੰ ਕਹਿੰਦੇ ਫਿਰ ਤੁਸੀਂ ਕਿਵੇਂ ਪਹੁੰਚ ਗਏ ਹੋ? ਕਹਿੰਦੇ ਰਵਿਦਾਸ ਜਪੈ ਰਾਮ ਨਾਮਾ, ਅਸੀਂ ਉਹ ਰਮੇ ਹੋਏ ਰਾਮ ਪਰਮੇਸ਼ਰ ਦੇ ਨਾਮ ਨੂੰ ਜਪ ਕੇ, ਉਹਦੇ ਨਾਮ ਦਾ ਚਿੰਤਨ ਕਰਕੇ, ਉਹਦੇ ਨਾਮ ਦਾ ਅਭਿਆਸ ਕਰਕੇ ਪਹੁੰਚ ਗਏ ਹਾਂ। ਜਮ ਸਿਓ ਨਾਹੀ ਕਾਮਾ। ਫਿਰ ਕਹਿੰਦੇ ਵੀ ਉੱਥੇ ਨਾਮ ਜਪਣ ਦਾ ਲਾਭ ਕੀ ਹੈ, ਪਹੁੰਚਣ ਦਾ ਲਾਭ ਕੀ ਹੈ? ਮੋਹੇ ਜਮ ਸਿਓ ਨਾਹੀ ਕਾਮਾ। ਹੁਣ ਸਾਨੂੰ ਜਮਾਂ ਦੇ ਨਾਲ ਕੋਈ ਕੰਮ ਨਹੀਂ ਪੈਂਦਾ। ਜਿਹਦਾ ਪਰਮੇਸ਼ਰ ਦੇ ਨਾਮ ਦੇ ਵਿੱਚ ਚਿੱਤ ਜੁੜ ਜਾਏ, ਨਾਮ ਦੀ ਕਮਾਈ ਜਿਹੜਾ ਕਰ ਲਵੇ, ਉਹਦਾ ਜਮਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਪੈਂਦਾ। ਜਿਹੜੇ ਜਮ ਹਨ ਮੌਤ ਦੇ ਫਰਿਸ਼ਤੇ ਹਨ,
ਜਿਹੜੇ ਜੀਵ ਨੂੰ ਬੰਨ੍ਹ ਕੇ ਖੜਦੇ ਹੈ ਉਹਨਾਂ ਦੇ ਨਾਲ ਫਿਰ ਭਗਤ ਜੀ ਕਹਿੰਦੇ ਮੇਰਾ ਕੋਈ ਵਾਹ ਵਾਸਤਾ ਨਹੀਂ ਹੈ। ਉਹ ਦੂਰ ਰਹੀ ਉਹ ਜਮ ਕੀ ਬਾਟ, ਜਿਹੜੀ ਉਹ ਜਮਾਂ ਦੀ ਵਾਟ ਹੈ, ਜਮਾਂ ਦਾ ਰਸਤਾ ਉਹ ਦੂਰ ਹੋ ਗਿਆ, ਕਿਉਂਕਿ ਉਹ ਪਰਮੇਸ਼ਰ ਦਾ ਨਾਮ ਜਪਿਆ, ਉਹਦੀ ਭਗਤੀ ਕੀਤੀ ਹੈ, ਉਹਦੀ ਅਰਾਧਨਾ ਕੀਤੀ ਹੈ। ਇਸ ਕਰਕੇ ਹੁਣ ਜਮਾਂ ਦਾ ਡਰ, ਮੌਤ ਦਾ ਡਰ, ਇਹ ਸਾਰਾ ਹੀ ਅੰਦਰੋਂ ਦੂਰ ਹੋ ਗਿਆ ਹੈ। ਮੋਹੇ ਜਮ ਸਿਓ ਨਾਹੀਂ ਕੰਮ। ਅਤੇ ਜਿਹੜੇ ਇਹ ਸਰੀਰ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਸ਼ੇ ਵਿਕਾਰ ਰੂਪੀ ਜਮ ਹਨ, ਇਹਨਾਂ ਦੀ ਵੀ ਅੰਦਰ ਕੋਈ ਕੰਮ ਆ ਕਿ ਕੋਈ ਕੰਮ ਨਹੀਂ ਰਿਹਾ ਹੁਣ, ਇਹ ਵੀ ਅੰਦਰੋਂ ਚਲੇ ਗਏ ਹੈ। ਇਹਨਾਂ ਨੂੰ ਵੀ ਵੇਖਣ ਦੀ, ਭੋਗਣ ਦੀ ਇੱਛਾ ਜਿਹੜੀ ਕਾਮਨਾ ਹੈ ਉਹ ਵੀ ਮਰ ਗਈ ਹੈ, ਉਹ ਵੀ ਅੰਦਰੋਂ ਖਤਮ ਹੋ ਗਈ ਹੈ। ਇਸ ਕਰਕੇ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਰਾਮ ਦੇ ਨਾਮ ਨੂੰ ਜਪ ਕੇ ਅਸਲੀ ਉਸ ਪਦਵੀ ਅਤੇ ਅਵਸਥਾ 'ਤੇ ਪਹੁੰਚ ਗਏ ਹਾਂ, ਇਹ ਸਰੀਰਾਂ ਦੀ ਪ੍ਰੀਤੀ ਨੂੰ ਛੱਡ ਕੇ। ਇਸ ਪ੍ਰਕਾਰ ਭਗਤ ਰਵਿਦਾਸ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਸ਼ਬਦਾਂ ਰਾਹੀਂ ਆਪਾਂ ਨੂੰ ਸੁੰਦਰ ਉਪਦੇਸ਼ਾਂ ਦੀ ਬਖਸ਼ਿਸ਼ ਕੀਤੀ ਹੈ। ਇਹਦੇ ਨਾਲ ਹੀ ਭਗਤ ਰਵਿਦਾਸ ਸਾਹਿਬ ਜੀ ਦੇ ਸੋਰਠ ਰਾਗ ਦੇ ਅੰਦਰ ਉਚਾਰਨ ਕੀਤੇ ਹੋਏ ਸ਼ਬਦ ਜਿਹੜੇ ਹਨ ਉਹ ਸੰਪੂਰਨ ਹੁੰਦੇ ਹਨ। ਅੱਗੇ ਭਗਤ ਭੀਖਣ ਜੀ ਦੇ ਸ਼ਬਦ ਪ੍ਰਾਰੰਭ ਹੁੰਦੇ ਹਨ। ਸੋਰਠ ਰਾਗ ਦੇ ਅੰਦਰ ਭਗਤ ਬਾਣੀ ਦੇ ਅੰਦਰ ਉਹ ਕੱਲ੍ਹ ਦੇ ਸਮੇਂ ਆਪਾਂ ਵਿਚਾਰਨ ਦੇ ਯਤਨ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਲੋਗ ਗੰਠ ਗੰਠ ਖਰਾ ਬਿਗੂਚਾ ਹਉ ਬਿਨ ਗੰਠੇ ਜਾਏ ਪਹੂਚਾ। ਰਵਿਦਾਸ ਜਪੋ ਰਾਮ ਨਾਮਾ ਮੋਹਿ ਜਮ ਸਿਉ ਨਾਹੀ ਕਾਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ। ਪ੍ਰਾਨਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨਹਾਰ। ਤੂੰ ਠਾਕੁਰ